ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋ। ਅੱਜ ਦੇ ਸੈਗਮੈਂਟ ਵਿੱਚ ਤੁਹਾਡੀ ਮੁਲਾਕਾਤ ਕਰਾਵਾਂਗੇ ਹਰਿੰਦਰ ਸਿੰਘ ਜੀ ਨਾਲ, ਜਿਹੜੇ ਕਿ ਸਾਡੇ ਮਹਿਮਾਨ ਹਨ, ਸਿੱਖ ਰਿਸਰਚ ਇੰਸਟੀਚਿਊਟ ਦੇ ਚੀਫ ਐਗਜ਼ੀਕਟਿਵ ਆਫਸਰ ਹਨ। ਅੱਜ ਦੇ ਇਸ ਪ੍ਰੋਗਰਾਮ ਵਿੱਚ 1984 ਦਾ ਜੋ ਕਤਲੇਆਮ ਹੋਇਆ ਉਸ ਸੰਬੰਧ ਵਿੱਚ ਜਾਣਕਾਰੀ ਲੈਂਦੇ ਹਾਂ। ਉਸ ਸਮੇਂ ਜੋ ਕੁਝ ਹੋਇਆ ਸਾਨੂੰ ਪਤਾ ਹੈ, ਪਰ ਇਹ ਸਫ਼ਰ ਜਿਹੜਾ ਇੰਨੇ ਸਾਲਾਂ ਦਾ ਹੈ, ਇਸ ਦੇ ਵਿੱਚ ਕੀ ਕੁਝ ਅਸੀਂ ਸਮਝਿਆ ਹੈ ਇਹ ਸਾਰੀ ਚੀਜ਼ ਚੋਂ, ਤੇ ਅੱਜ ਕੀ ਹਾਲਾਤ ਨੇ, ਇਸ ਬਾਰੇ ਗੱਲਬਾਤ ਕਰਾਂਗੇ ਤੇ ਕੀ ਕੁਝ ਕਰਨ ਦੀ ਲੋੜ ਹੈ ਇਸ ਬਾਰੇ ਵੀ ਕੁਝ ਚਰਚਾ ਹੋਵੇਗੀ। ਜੀ ਆਨੂ ਜੀ, ਵੈਲਕਮ ਟੂ ਦ ਪ੍ਰੋਗਰਾਮ। ਗੁਰੂ ਫਤਿਹ ਜੀ। ਵੈਲਕਮ ਜੀ। ਸੋ ਸਭ ਤੋਂ ਪਹਿਲਾਂ ਤਾਂ 1984 ਦਾ ਹੁਣ ਜੋ ਇਹ ਮਨਾਇਆ ਜਾ ਰਿਹਾ ਹੈਗਾ, 29 ਸਾਲ ਹੋ ਗਏ, ਇਟਸ ਅ ਲੌਂਗ ਟਾਈਮ। ਇਸ ਸੰਬੰਧ ਵਿੱਚ ਦੱਸੋ ਕਿ ਓਵਰ ਦ ਈਅਰਸ ਕੀ ਕੁਝ ਸਿੱਖਾਂ ਨੇ ਇਸ ਵਿੱਚੋਂ ਸਿੱਖਿਆ, ਕਿੱਥੇ ਅਸੀਂ ਖਲੋਤੇ ਹਾਂ, ਰੀਵੈਲਿਊਏਟ ਜਦੋਂ ਇਸ ਸਾਰੀ ਸਿਚੁਏਸ਼ਨ ਨੂੰ ਕਰਨੇ, ਕੀ ਸਿਰਫ ਅਸੀਂ ਹੁਣ ਸਿਰਫ ਸਾਲ ਵਿੱਚ ਇੱਕ ਮੋਮਬੱਤੀਆਂ ਜਲਾ ਕੇ ਯਾਦ ਕਰ ਲਿਆ, ਉੱਥੋਂ ਤੱਕ ਹੀ ਸੀਮਿਤ ਰਹਿ ਗਏ ਹਾਂ, ਜਾਂ ਵੀ ਆਰ ਕਮ ਆਊਟ ਆਫ ਦੈਟ, ਕੁਛ ਸਿੰਪੋਜ਼ੀਅਮਸ ਵਗੈਰਾ ਰਾਹੀਂ ਲੋਕਾਂ ਵਿੱਚ ਚੇਤਨਾ ਆ ਰਹੀ ਹੈ। ਪੰਜਾਬ 'ਚ ਕੀ ਹਾਲਾਤ ਨੇ, ਦੁਨੀਆ ਭਰ ਵਿੱਚ ਜਿੱਥੇ ਤੁਸੀਂ ਜਾ ਰਹੇ ਹੋ ਉੱਥੇ ਕੀ ਸਿੱਖਾਂ ਦੀ ਸੋਚ ਹੈਗੀ ਜੀ? ਸੋ ਐਜ਼ ਯੂ ਮੈਂਸ਼ਨ ਕਿ ਇਹਦਾ ਬੜਾ ਖਲਾਰਾ ਜਿਹਾ ਲੱਗਦਾ ਹੈਗਾ ਤੇ ਕਈ ਕੁਐਸਚਨ ਵੀ ਉਠਾਏ ਜਾ ਰਹੇ ਨੇ ਕਿ ਕਿਹੜੇ ਤਰੀਕਿਆਂ ਨਾਲ ਇਹਦੀ ਗੱਲ ਕੀਤੀ ਜਾਵੇ ਤੇ ਗੱਲ ਤੋਂ ਇਲਾਵਾ ਅੱਗੇ ਕੀ ਕਰਨ ਵਾ। ਜੀ ਦੇਖੋ, ਇਹਨੂੰ ਆਪਾਂ ਵਰਲਡ ਪਰਸਪੈਕਟਿਵ ਵਿੱਚ ਦੇਖੀਏ, ਜਦ ਕੋਈ ਵੀ ਵੱਡੇ ਇੱਦਾਂ ਦੇ ਹਾਦਸੇ ਹੁੰਦੇ ਨੇ, ਭਾਵੇਂ ਉਹ ਈਸਟਰਨ ਯੂਰਪ ਵਿੱਚ ਹੋਏ ਸੀ ਜਾਂ ਯੂਰਪ ਵਿੱਚ ਜਾਂ ਅਫਰੀਕਾ 'ਚ ਹੋਏ ਨੇ, ਆਰਮੀਨੀਆ 'ਚ ਹੋਏ ਨੇ, ਵਰਲਡ ਵਾਈਡ ਇਹ ਫਿਨੋਮੀਨਾ ਚੱਲਦਾ ਕਿ ਕਿਸੇ ਨਾ ਕਿਸੇ ਜਦ ਮੈਜੋਰਿਟੀ ਮਾਈਨੋਰਿਟੀ ਕਦੇ ਰਿਲੀਜਨ ਨੂੰ ਲੈ ਕੇ ਕਦੇ ਇਕਨੋਮਿਕਸ ਨੂੰ ਲੈ ਕੇ ਕਤਲੇਆਮ ਹੁੰਦੇ ਨੇ, ਉਹਦੇ ਬਾਰੇ ਨਾ ਬੜਾ ਕੁਝ ਕਰਨਾ ਪੈਂਦਾ ਬਿਫੋਰ ਉਹਦੀਆਂ ਪ੍ਰੋਪਰ ਜਿਹਨੂੰ ਆਪਾਂ ਕਹਿੰਦੇ ਰੈਪਰੇਸ਼ਨਸ ਹੁੰਦੀਆਂ ਨੇ ਜਾਂ ਉਹਦੇ ਜਸਟਿਸ ਓਰੀਐਂਟੇਸ਼ਨ ਡਿਵੈਲਪ ਹੁੰਦੀ ਆ ਜੀ। ਸੋ ਫਰਸਟ ਲੈਟਸ ਟਾਕ ਅਬਾਊਟ ਗੁੱਡ ਨਿਊਜ਼ ਕੀ ਆ। ਇਹ ਪਹਿਲੀ ਵਾਰ ਹੁਣ ਹੋਇਆ ਹੈਗਾ ਕਿ 29 ਸਾਲ ਤਾਂ ਲੱਗ ਗਏ ਨੇ, ਬਟ ਈਵਨ ਹਿੰਦੁਸਤਾਨ ਦੀ ਜਿਹੜੀ ਮੇਨ ਸਟ੍ਰੀਮ ਪ੍ਰੈਸ ਹੈਗੀ ਆ, ਮੇਨ ਸਟ੍ਰੀਮ ਨਿਊਜ਼ਪੇਪਰਸ ਨੇ, ਉਹ ਇਹ ਇਸ਼ੂ ਨੂੰ ਹੁਣ ਹਵਾ ਨਹੀਂ ਬਣਾਉਂਦੇ। ਇਹਦੇ ਬਾਰੇ ਗੱਲ ਹੋਣੀ ਸ਼ੁਰੂ ਹੋ ਗਈ ਆ। ਹੁਣ ਇਹ ਨਹੀਂ ਹੈ ਕਿ ਸਿੱਖਾਂ ਦਾ ਪ੍ਰੋਪੇਗੈਂਡਾ, ਹੁਣ ਗੱਲ ਇਹ ਹੋ ਰਹੀ ਹੈ ਕਿ ਸਰਕਾਰ ਦੀਆਂ ਕੀ ਕਮਜ਼ੋਰੀਆਂ ਰਹੀਆਂ, ਪੋਲੀਟੀਕਲ ਪਾਰਟੀ ਐਡਮਿਨਿਸਟ੍ਰੇਸ਼ਨ ਦੀ ਕੀ ਕਮਜ਼ੋਰੀਆਂ ਆ, ਜਿਸ ਕਰਕੇ ਹੁਣ ਤੱਕ ਇੰਨੇ ਕਮਿਸ਼ਨਸ ਦੇ ਬਾਵਜੂਦ ਵੀ ਹੁਣ ਤੱਕ ਜਸਟਿਸ ਓਰੀਐਂਟੇਸ਼ਨ ਨਹੀਂ ਬਣ ਪਾ ਰਹੀ। ਸੋ ਆਈ ਥਿੰਕ ਇਹ ਅਚੀਵਮੈਂਟ ਹੈਗਾ ਉਹਨਾਂ ਝੰਡਾ ਬਰਦਾਰਾਂ ਦਾ ਜਿਨ੍ਹਾਂ ਨੇ ਪਿਛਲੇ 25-29 ਸਾਲਾਂ ਵਿੱਚ ਇਹਦੀ ਗੱਲ ਜਾਰੀ ਰੱਖੀ ਆ। ਭਾਵੇਂ ਉਹ ਮਨੂਸ਼ੀ ਜਰਨਲ ਦੀ ਐਡੀਟਰ ਕਰਦੀ ਸੀਗੀ, ਭਾਵੇਂ ਉਹ ਬ੍ਰਿੰਦਾ ਕਰਾਟ ਨੇ ਮੂਵੀ ਬਣਾ ਕੇ ਕੀਤੀ ਆ, ਭਾਵੇਂ ਉਹਨਾਂ ਨੂੰ ਡਾਕੂਮੈਂਟਰੀਜ਼, ਭਾਵੇਂ ਜਿਹੜੇ ਸਿੱਖਾਂ ਦੀਆਂ ਗੱਲ ਕੀਤੀਆਂ, ਭਾਵੇਂ ਜਿਹੜੇ ਸਰਵਾਈਵਰਸ ਵਿਕਟਮਸ ਨੇ, ਇਹ ਸਾਰਿਆਂ ਦਾ ਇਹਦੇ ਵਿੱਚ ਰੋਲ ਰਿਹਾ ਜੀ। ਸੋ ਕਹਿਣ ਦਾ ਭਾਵ ਇਹ ਹੈ ਕਿ ਫਾਈਨਲੀ ਇਹ ਡਿਸਕਸ਼ਨ ਪੁਆਇੰਟ ਹੋ ਗਿਆ ਕਿ ਇਹ ਸਿਰਫ ਪ੍ਰੋਪੇਗੈਂਡਾ ਦੀ ਗੱਲ ਨਹੀਂ ਹੈ, ਇਹ ਐਕਚੁਅਲੀ ਵਾਕਈ ਸਿਸਟਮੈਟਿਕਲੀ। ਦੇਖੋ, ਜਦ ਇਸ ਤਰ੍ਹਾਂ ਚੀਜ਼ਾਂ ਹੁੰਦੀਆਂ ਨੇ, ਇੱਕ ਫਰੇਜ਼ ਹੈਗੀ ਆ, was it systematic and was it widespread? ਇਹ ਦੋਨਾਂ ਚੀਜ਼ਾਂ ਹੀ ਹੁਣ ਪ੍ਰੂਵ ਹੋਣੀਆਂ ਸ਼ੁਰੂ ਹੋ ਗਈਆਂ ਕਿ ਇਹ ਸੀਗਾ 1984 ਜਿਹੜਾ ਸਰਕਾਰੀ ਕਤਲੇਆਮ ਹੋਇਆ। ਲੋਕਾਂ ਨੇ ਇਹਨੂੰ ਦੰਗਾ ਕਹਿਣਾ ਬੰਦ ਕਰਨਾ ਸ਼ੁਰੂ ਕਰਤਾ, ਵਰਡਸ ਲਾਈਕ ਪ੍ਰੋਗਰਾਮ ਸ਼ੁਰੂ ਹੋ ਗਏ ਨੇ, ਕਈ ਹੋਰ ਕੈਂਪੇਨ ਜੈਨੋਸਾਈਡ ਦੀਆਂ ਵੀ ਚੱਲ ਰਹੀਆਂ ਨੇ। ਸੋ ਫਰਸਟ ਥਿੰਗ ਇਜ਼ ਕਿ it has now become a national discussion point even for India. So it is not just a Sikh issue. It has actually become ਕਿ ਜਿਹੜਾ 1.2 ਬਿਲੀਅਨ ਬੰਦਾ ਹਿੰਦੁਸਤਾਨ 'ਚ ਰਹਿੰਦਾ, ਉਹਨੂੰ ਜਿਵੇਂ ਮੁਸਲਮਾਨਾਂ ਨਾਲ ਪਹਿਲਾਂ ਹੋਇਆ ਜਾਂ ਹੋਰ ਮਿਨਾਰਟੀਆਂ ਨਾਲ ਹੋਇਆ, ਹੁਣ ਸਿੱਖਾਂ ਦੀ ਵੀ ਗੱਲ ਉਸ ਲੈਵਲ 'ਤੇ ਕਰਨੀ ਪੈ ਰਹੀ ਹੈ ਕਿ ਇਹ ਗਲਤ ਹੋਇਆ ਸੀ ਤੇ ਹੁਣ ਤੱਕ ਸਜ਼ਾਵਾਂ ਕਿਉਂ ਨਹੀਂ ਦਿੱਤੀਆਂ ਗਈਆਂ ਤੇ ਜਿਹੜੇ ਸਰਵਾਈਵਰਸ ਨੇ ਉਹਨਾਂ ਦੀ ਟੇਕ ਕੇਅਰ ਕਿਉਂ ਨਹੀਂ ਕੀਤੀ ਗਈ। ਸੋ ਦੈਟਸ ਵਨ ਪੁਆਇੰਟ। ਸੈਕਿੰਡ ਥਿੰਗ ਇਜ਼ ਕਿ ਅਸੀਂ ਕੀ ਕਰੀਏ ਜੀ। ਇਹਦੇ ਬਾਰੇ ਨਾ ਮੈਂ ਪਰਸਨਲ ਗੱਲ ਕਰਦਾ ਹੈਗਾ, ਮੈਂ ਬੜੀ ਇਹਦੇ ਬਾਰੇ ਕਦੇ ਗੱਲ ਕੀਤੀ ਨਹੀਂ ਹੈ, ਬਟ ਅੱਜ ਕਰ ਲੈਂਦਾ ਥੋੜ੍ਹੀ ਜਿਹੀ। ਮੈਂ 1984 ਵਿੱਚ 12 ਸਾਲ ਦਾ ਸੀ। ਮੈਨੂੰ ਯਾਦ ਆ ਕੀ ਹੋਇਆ ਉੱਥੇ। ਮੈਂ ਝਾਂਸੀ ਯੂਪੀ 'ਚ ਰਹਿੰਦਾ ਸੀਗਾ, ਸਾਡੇ ਘਰ ਨੂੰ ਵੀ ਲੋਕ ਅੱਗ ਲਾਉਣ ਆਏ ਸੀਗੇ। ਉਹਦੇ ਮੈਂ ਦੋ ਐਂਗਲ ਪੇਸ਼ ਕਰਨਾ ਚਾਹੁੰਦਾ। ਕਈ ਵਾਰੀ ਅਸੀਂ ਬਣਾ ਦਿੰਦੇ ਹਾਂ ਕਿ ਇੱਕ ਪਾਰਟੀ ਨੇ ਕੀਤਾ ਸੀ ਇਹ। ਐਕਚੁਅਲੀ ਹੁੰਦਾ ਕੀ ਹੈ ਕਿ ਇੱਕ ਪਾਰਟੀ ਕੋਈ ਚੀਜ਼ਾਂ ਸ਼ੁਰੂ ਕਰਦੀ ਆ। ਹੁਣ ਪਿਛਲੇ ਹਫ਼ਤੇ ਦੇ ਵਿੱਚ ਹੀ ਨੈਸ਼ਨਲ ਪੇਪਰਸ ਵਿੱਚ ਇੰਡੀਆ ਵਿੱਚ ਆ ਗਿਆ ਕਿ ਜਿਹੜੀ ਉਸ ਵੇਲੇ ਦੀ ਜਨਸੰਘ ਪਾਰਟੀ ਸੀ, ਜਿਹੜੇ RSS ਦਾ ਆਰਗੇਨਾਈਜ਼ਰ ਮਾਊਥਪੀਸ ਸੀ, ਉਹਨਾਂ ਨੇ ਵੀ ਇਹ ਚੀਜ਼ਾਂ ਦੀ ਸਪੋਰਟ ਕੀਤੀ ਸੀ। ਉਹਦਾ ਮੇਰਾ ਪਰਸਨਲ ਐਕਸਪੀਰੀਅੰਸ ਹੈ ਕਿ ਸਾਡੇ ਘਰ ਨੂੰ ਵੀ ਅੱਗ ਲਾਉਣ ਲਈ ਜਿਨ੍ਹਾਂ ਨੇ ਕਿਹਾ ਸੀਗਾ ਕਿ ਜਾ ਕੇ ਅੱਗ ਲਾ ਦਿਓ, ਉਹ ਜਨਸੰਘੀਆਂ ਦੇ ਮੈਂਬਰ ਸੀਗੇ। ਲੇਕਿਨ ਮੈਂ ਇਹ ਵੀ ਨਾਲ ਜੋੜਨਾ ਚਾਹੁੰਦਾ ਕਿ ਬਚਾਉਣ ਵਾਲਿਆਂ 'ਚੋਂ ਵੀ ਆਈ ਵੁੱਡ ਨਾਟ ਬੀ ਸਿਟਿੰਗ ਹੇਅਰ। ਨਾ ਮੈਂ ਅਮਰੀਕਾ ਆਉਣਾ ਸੀ, ਨਾ ਮੈਂ ਇੱਥੇ ਸਰਵਾਈਵ ਕਰਨਾ ਸੀ ਇਹ ਗੱਲ ਕਰਨ ਲਈ ਵੀ। ਜੇ ਉੱਥੇ ਇੱਕ ਹਿੰਦੂ ਜਿਹੜਾ ਜੈਂਟਲਮੈਨ ਸਾਡੇ ਕਲੋਨੀ ਵਿੱਚ ਰਹਿੰਦਾ ਸੀਗਾ, ਭਗਵਾਨ ਦਾਸ ਉਹਦਾ ਨਾਂ ਸੀ, ਉਹ ਆਪਣੇ ਘਰ ਸਾਨੂੰ ਲੈ ਗਿਆ ਸੀ। ਦਿਸ ਇਜ਼ ਹਾਊ ਵੀ ਸਰਵਾਈਵਡ। ਅਦਰਵਾਈਜ਼ ਅਗਲੇ ਦਿਨ ਉਹਨੂੰ ਵੀ ਕੁੱਟਿਆ ਸੀ ਲੋਕਾਂ ਨੇ ਕਿ ਤੂੰ ਕਿਉਂ ਸਰਵਾਈਵ ਕਰਾਇਆ ਇਹਨਾਂ ਨੂੰ। ਕਹਿਣ ਦਾ ਭਾਵ ਹੈ ਕਿ ਇਹ ਹਿਊਮਨ ਕੰਡੀਸ਼ਨ ਦੀਆਂ ਗੱਲਾਂ ਨੇ। ਇਹਦੀਆਂ ਬਾਹਰਲੀਆਂ ਤਹਾਂ ਤਾਂ ਹੁੰਦੀਆਂ ਨੇ, ਧਰਮ ਕੀ ਆ ਤੇ ਪੋਲੀਟਿਕਸ ਕੀ ਆ, ਬਟ ਇਵੈਂਚੁਅਲੀ ਅਸੀਂ ਸਾਰੇ ਹੈਵਾਨ ਬਣ ਜਾਂਦੇ ਆ। ਉਹਨਾਂ ਵਿੱਚੋਂ ਕੋਈ ਆਪਣੀ ਹੈਵਾਨੀਅਤ 'ਚ ਬਾਹਰ ਆਉਂਦਾ। ਹੁਣ ਸੋ ਦੈਟਸ ਵਨ ਥਿੰਗ ਆਈ ਵਾਂਟ ਟੂ ਟਾਕ ਅਬਾਊਟ। ਬਟ ਉਹਦਾ ਇੱਕ ਹੋਰ ਵੱਡਾ ਰਿਸਪੌਂਸ ਹੋਇਆ ਸੀ ਕਿ ਮੇਰੇ ਡੈਡ ਨੇ ਜਦ ਕਦੇ ਵੀ ਨਹੀਂ ਸੋਚਿਆ ਸੀਗਾ ਕਿ ਮੈਂ ਹਿੰਦੁਸਤਾਨ ਤੋਂ ਬਾਹਰ ਜਾਵਾਂ। ਉਹਨਾਂ ਨੇ 2 ਹਫ਼ਤੇ ਬਾਅਦ ਦਿੱਲੀ ਜਾ ਕੇ ਆਪਣੀ ਐਪਲੀਕੇਸ਼ਨ ਫਾਈਲ ਕਰਤੀ ਸੀਗੀ। ਮੇਰੇ ਮਾਮਾ ਜੀ ਨਾ 60s ਦੇ ਅਮਰੀਕਾ 'ਚ ਰਹਿੰਦੇ ਸੀਗੇ। ਉਹ ਕਹਿੰਦੇ ਸਾਨੂੰ ਕੀ ਲੋੜ ਆ, ਚੰਗੀ ਜੋਬ ਆ। ਮਾਈ ਮੋਮ ਵਾਜ਼ ਅ ਲੈਕਚਰਰ ਇਨ ਕਾਲਜ ਇਨ ਇੰਗਲਿਸ਼ ਤੇ ਡੈਡ ਮੇਰੇ ਕੰਮ ਕਰ ਰਹੇ ਸੀ ਐਜ਼ ਅ ਮੈਨੇਜਰ ਉੱਥੇ ਰੇਲਵੇਜ਼ ਵਿੱਚ। ਤੇ ਬਟ 2 ਵੀਕਸ ਲੇਟਰ
ਹੀ ਵੈਂਟ ਐਂਡ ਅਪਲਾਈਡ ਕਿ ਹੁਣ ਮੈਂ ਨਹੀਂ ਇੱਥੇ ਰਹਿਣਾ। ਸੋ ਇਹ ਇੱਕ ਦਸ਼ਾ 84 ਨੇ ਕ੍ਰੀਏਟ ਕੀਤੀ ਹੈ। ਰਾਈਟ। ਹੁਣ ਕੋਈ ਵੀ ਚੀਜ਼ ਨੂੰ ਜੇ ਤੁਸੀਂ ਸੋਲਵ ਕਰਨਾ ਨਾ, ਸਭ ਤੋਂ ਪਹਿਲਾ ਕੰਮ ਹੁੰਦਾ ਹੈਗਾ ਉਹਨੂੰ ਰੈਕਗਨਾਈਜ਼ ਕਰਨਾ। ਠੀਕ। ਅੱਜ ਤੱਕਰ ਜਦ ਵੀ ਇਹਨੂੰ ਪੋਲੀਟੀਸ਼ੀਅਨ ਲੈਵਲ ਤੇ ਸਮਾਜ ਦੇ ਲੈਵਲ ਤੇ ਇਹਦੀ ਗੱਲ ਆਉਂਦੀ ਆ, ਇਹਦੀ ਰੈਕਗਨੀਸ਼ਨ ਪਹਿਲਾਂ ਅੱਜ ਤੱਕ ਡਿਨਾਇਲ ਚੱਲ ਰਹੀ ਕਿ ਹੋਇਆ ਕੀ ਆ ਜੀ। ਉਹ ਆਈ ਥਿੰਕ ਰੈਕਗਨੀਸ਼ਨ ਕਰਾਉਣ ਦੇ ਲਈ ਹੁਣ ਉਹਦੀਆਂ ਸੰਭਾਵਨਾਵਾਂ ਵੱਧ ਗਈਆਂ ਨੇ। ਸੋ ਇਹ ਕੰਮ ਹੋਣਾ ਬਹੁਤ ਲਾਜ਼ਮੀ ਹੈ। ਉਹਦਾ ਦੂਸਰਾ ਕੰਮ ਹੁੰਦਾ ਜਿਹੜੀ ਬੇਸਿਕ ਸਾਈਕੋਲੋਜੀ ਡਿਕਟੇਟ ਕਰਦੀ ਆ ਕਿ ਜਿਨ੍ਹਾਂ ਦੀਆਂ ਇਹ ਨੈਗੇਟਿਵ ਟੈਂਡੈਂਸੀਜ਼ ਇੱਦਾਂ ਡਿਵੈਲਪ ਹੋਈਆਂ ਸੀ, ਉਹਨਾਂ ਦੇ ਟਰਾਮਾਸ ਡਿਵੈਲਪ ਹੋਏ ਨੇ, ਉਹਨਾਂ ਨਾਲ ਡੀਲ ਕਰਨਾ, ਵਿਚ ਮੀਨਸ ਸਾਈਕੋਲੋਜੀਕਲ ਟਰਾਮਾ ਜਾਂ ਜਿਹੜੀ ਕਲੈਕਟਿਵ ਮੈਮਰੀ ਹੈਗੀ ਆ ਉਹਨੂੰ ਠੀਕ ਕਰਨ ਦੇ ਲਈ ਸਾਨੂੰ ਰੈਕਗਨੀਸ਼ਨ ਤੋਂ ਬਾਅਦ ਕੁਝ ਸਾਈਕੋਲੋਜੀਕਲ ਹੈਲਪਸ ਦੀ ਵੀ ਲੋੜ ਆ। ਥਰਡ ਇਜ਼ ਪਾਲਿਸੀ ਲੈਵਲ, ਜਿੱਥੇ ਆਈ ਥਿੰਕ ਸਭ ਤੋਂ ਵੱਡੀ ਸਟਰਗਲ ਆ ਕਿ ਹਿੰਦੁਸਤਾਨ ਦੇ ਵਿੱਚ ਕਿਹੋ ਜਿਹੀਆਂ ਸਰਕਾਰ ਦੇ ਲੈਵਲ ਤੇ, ਸਟੇਟ ਦੇ ਲੈਵਲ ਤੇ, ਸਮਾਜ ਦੇ ਲੈਵਲ ਤੇ ਕਿਹੜੀਆਂ ਪਾਲਿਸੀਜ਼ ਇੰਟਰੋਡਿਊਸ ਕੀਤੀਆਂ ਜਾਣ ਤਾਂ ਕਿ ਇਸ ਤਰ੍ਹਾਂ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੋ ਜਾਵੇ ਕਿਸੇ ਵੀ ਮਾਈਨੋਰਿਟੀ, ਭਾਵੇਂ ਉਹ ਜੈਂਡਰ ਮਾਈਨੋਰਿਟੀ ਆ, ਭਾਵੇਂ ਉਹ ਰਿਲੀਜੀਅਸ ਮਾਈਨੋਰਿਟੀ ਆ, ਤੇ ਭਾਵੇਂ ਉਹ ਐਥਨਿਕ ਮਾਈਨੋਰਿਟੀ ਆ, ਕਿਉਂਕਿ ਐਥਨਿਕ ਮਾਈਨੋਰਿਟੀਜ਼ ਨਾਲ ਵੀ ਇੱਦਾਂ ਬਹੁਤ ਕੁਝ ਚੱਲ ਰਿਹਾ ਉੱਥੇ। ਇਹ ਸਾਰਾ ਕੁਝ ਇਹਦੇ ਪ੍ਰਤੀ ਜ਼ੀਰੋ ਟੋਲਰੈਂਸ ਕਿਵੇਂ ਕੀਤੀ ਜਾਵੇ, ਇਹ ਪਾਲਿਸੀ ਡਿਸਕਸ਼ਨ ਸਿੱਖਾਂ ਦੇ ਵਿੱਚ ਤੇ ਗੈਰ ਸਿੱਖਾਂ ਦੇ ਵਿੱਚ, ਹਿੰਦੁਸਤਾਨੀਆਂ ਦੇ ਵਿੱਚ ਤੇ ਕੈਨੇਡਾ ਵਿੱਚ ਵਸਦੇ ਵਾਲਿਆਂ ਵਿੱਚ, ਇਹ ਸਾਰਿਆਂ ਵਿੱਚ ਲਿਆਉਣ ਦੀ ਲੋੜ ਆ। ਰੈਕਗਨੀਸ਼ਨ ਟੂ ਅਵੇਅਰਨੈਸ ਤੇ ਉਸ ਤੋਂ ਬਾਅਦ ਫਰਦਰ ਜਿਹੜਾ ਜਸਟਿਸ ਦੀ ਅਸੀਂ ਗੱਲ ਕਰ ਰਹੇ ਹੈਗੇ, ਇਹ ਤਾਂ ਓਵਰਆਲ ਇੰਡੀਅਨ ਸੋਸਾਇਟੀ ਦੇ ਵਿੱਚ ਇਹਦੇ ਬਾਰੇ ਹੁਣ ਗੱਲਾਂ ਬਾਤਾਂ ਹੋਣੀਆਂ ਸ਼ੁਰੂ ਹੋ ਗਈਆਂ ਨੇ। ਬਿਲਕੁਲ। ਸਿੱਖਾਂ ਦੀ ਜਦੋਂ ਅਸੀਂ ਗੱਲ ਕਰਨੇ ਆ ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਕਿ ਬਹੁਤ ਸਾਰੇ ਸਾਡੇ ਲਾਇਰਸ ਹਨ ਜਿਨ੍ਹਾਂ ਨੇ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹ ਲੋਕ ਪਿੱਛੇ ਨਹੀਂ ਹਟੇ, ਅੱਜ ਤੱਕ ਉਸ ਨੂੰ ਅੱਗੇ ਲਿਆਂਦੇ ਰਹੇ, ਬਟ ਆਮ ਜਿਹੜਾ ਸਿੱਖ ਹੈਗਾ ਉਹਦੇ ਵਿੱਚ ਇਸ ਪ੍ਰਤੀ ਕੀ ਸਿਰਫ ਨਵੰਬਰ ਦੇ ਮਹੀਨੇ ਆ ਕੇ ਕੁਝ ਦੇਰ ਲਈ ਚੇਤਨਾ ਜਿਹੜੀ ਇਹ ਜਾਗਦੀ ਹੈ ਜਾਂ ਓਵਰਆਲ ਜਿਹੜਾ ਅਸੀਂ ਕਹਿ ਕਰ ਸਕਦੇ ਹਾਂ ਕਿ ਇਸ਼ੂ ਅਜੇ ਵੀ ਡੋਮੀਨੈਂਟ ਹੈਗਾ? ਦੇਖੋ ਜੀ, ਚੇਤਨਾ ਦਾ ਕਈ ਹਿੱਸੇ ਹੁੰਦੇ ਨੇ। ਸੋ ਕਈ ਚੀਜ਼ਾਂ ਬੈਕਗਰਾਊਂਡ ਵਿੱਚ ਹੁੰਦੀਆਂ, ਮਤਲਬ ਆਪਾਂ ਕਹਿੰਦੇ ਇਸ ਬੈਕ ਆਫ ਮਾਈ ਮਾਈਂਡ। ਰਾਈਟ। ਕਈ ਚੀਜ਼ਾਂ ਤੁਹਾਡੇ ਸਾਹਮਣੇ ਚੱਲ ਰਹੀਆਂ ਹੁੰਦੀਆਂ। ਨਿਜ਼ਾ ਪ੍ਰਤੀ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਸਾਡੇ ਬੜੇ ਕੁਛ ਨੇ, ਕਦੇ ਬੱਚਿਆਂ ਦੇ ਕੰਮ ਨੇ, ਕਈ ਆਪਣੇ ਕੰਮ ਨੇ, ਕਈ ਗੁਰਦੁਆਰਿਆਂ ਦੇ ਪੰਗੇ ਨੇ ਜੀ, ਨੈਸ਼ਨਲ ਪੋਲੀਟਿਕਸ ਵੀ ਆ ਜਾਂਦੀਆਂ, ਜਿਵੇਂ ਅੱਜ ਕੱਲ੍ਹ ਕੈਨੇਡਾ ਦੇ ਵਿੱਚ ਸੈਨੇਟਰ ਦਾ ਇਸ਼ੂ ਚੱਲ ਰਿਹਾ। ਸੋ ਕੋਈ ਨਾ ਕੋਈ ਇਸ਼ੂ ਚੱਲਦਾ ਰਹਿੰਦਾ ਹੈਗਾ। ਬਟ ਕਲੈਕਟਿਵ ਸਾਈਕੀ ਸਿੱਖਾਂ ਦੇ ਵਿੱਚ 1984 ਨੂੰ ਭੁਲਾ ਦੇਣਾ ਪੋਸੀਬਲ ਹੀ ਹੈ ਨਹੀਂ। ਅਸੀਂ ਕਈ ਵਾਰ ਉਹਦੀ ਗੱਲ ਨਹੀਂ ਕਰਦੇ ਕਿਉਂਕਿ ਸਹੀ ਸਾਨੂੰ ਪਤਾ ਨਹੀਂ ਲੱਗਦਾ ਡਾਇਲੋਗ ਕਿਸ ਲੈਵਲ ਤੇ ਕਰੀਏ, ਜਾਂ ਕਈ ਵਾਰ ਸਾਡੇ ਘਰਾਂ ਦੇ ਵਿੱਚ ਹੀ ਇੰਨਾ ਟਰਾਮਾ ਆਇਆ ਹੁੰਦਾ, ਜਾਂ ਕਈ ਵਾਰ ਪੋਲੀਟੀਕਲ ਪ੍ਰੈਸ਼ਰ ਬਣੇ ਹੁੰਦੇ ਨੇ। ਬਟ ਬੇਸਿਕ ਗੱਲ ਇਹ ਹੈਗੀ ਕਿ ਜਿਵੇਂ ਦੇਖੋ ਯਹੂਦੀਆਂ ਦੇ ਨਾਲ ਜੋ ਹੋਇਆ, ਆਪਾਂ ਕਹਿੰਦੇ 80, 90, 100 ਸਾਲ ਹੋਣ ਲੱਗੇ ਨੇ, ਬਟ ਉਹਨਾਂ ਨੇ ਭੁਲਾ ਨਹੀਂ ਸਕੇ। ਉਹ ਭੁਲਾਉਣ ਦੀ ਗੱਲ ਛੱਡੋ, ਉਹਨਾਂ ਨੇ ਤਾਂ ਅੱਜ ਤੱਕ SS ਨਾਜ਼ੀ ਆਫੀਸਰਸ ਨੂੰ ਲਿਆ ਕੇ ਉਹਨਾਂ ਦੀ ਟਰਾਇਲ ਕਰਾ ਕੇ ਉਹਨਾਂ ਨੂੰ ਹੈਂਗ ਕਰਾਉਂਦੇ ਨੇ। ਸੋ ਸਿੱਖ ਸਾਈਕੀ ਦੇ ਵਿੱਚ ਵੀ ਇਹ ਹੈ ਕਿ ਇਹ ਸਾਡੇ ਨਾਲ ਹੋਇਆ ਸੀ। ਬਟ ਇਹ ਗੱਲ ਜ਼ਰੂਰ ਹੈਗੀ ਜਿਹੜੀ ਸਾਡੀ ਇੱਕ ਮੈਚੋਰਿਟੀ ਵਿਦਆਊਟ ਇੰਡੀਅਨ ਗਵਰਨਮੈਂਟਸ ਰੈਕਗਨੀਸ਼ਨ ਹੋ ਗਈ ਆ, ਅਸੀਂ ਇਹਦਾ ਐਂਗਰ ਜਿਹੜਾ ਉਹ ਸਬਸਾਈਡ ਕਰ ਲਿਆ। ਹੁਣ ਅਸੀਂ ਇਹਨੂੰ ਇੱਕ ਆਰਗੇਨਾਈਜ਼ ਫੈਸ਼ਨ ਦੇ ਵਿੱਚ, ਸਿਰਫ ਇਹ ਸਿੱਖਾਂ ਨਾਲ ਹੀ ਨਹੀਂ ਹੋਇਆ, ਉਹ ਤਾਂ ਹੋਇਆ ਇਹਨੂੰ ਜਿਵੇਂ ਰਾਇਟਸ ਕਹਿਣਾ, ਆਪਣੀ ਕਈ ਵਾਰ ਗੱਲ ਹੋਈ ਆ, ਜਾਂ ਇਹ ਕਹਿਣਾ ਜੀ ਕਿ ਇੰਦਰਾ ਗਾਂਧੀ ਦੇ ਅਸੈਸੀਨੇਸ਼ਨ ਨੂੰ ਬੇਸ ਬਣਾ ਕੇ ਮਾਰਿਆ ਗਿਆ ਸੀ। ਐਟ ਦਾ ਕਲੈਕਟਿਵ ਲੈਵਲ ਇਹ ਗੱਲਾਂ ਜਸਟੀਫਾਈ ਨਹੀਂ ਕਰਦੀਆਂ। ਇਹ ਗੱਲਾਂ ਐਕਚੁਅਲੀ ਬੜੀਆਂ ਨੈਗੇਟਿਵ ਨੇ ਕਿ ਤੁਸੀਂ ਕਿਸ ਲੈਵਲ ਤੇ ਜਸਟੀਫਾਈ ਕਰ ਰਹੇ ਹੋ ਮੈਸ ਮਰਡਰਸ ਆਫ ਵਨ ਪਾਰਟਿਕੂਲਰ ਮਾਈਨੋਰਿਟੀ ਕਮਿਊਨਿਟੀ। ਆਈ ਥਿੰਕ ਇਹ ਅੱਗੇ ਆਉਣੀਆਂ ਹੁਣ ਗੱਲਾਂ ਸ਼ੁਰੂ ਹੋ ਗਈਆਂ ਨੇ। ਸਿੱਖਾਂ ਦੇ ਵਿੱਚ ਵੀ ਮੇਨ ਜਿਹੜੇ ਕੰਮ ਕਰਨ ਦੀ ਲੋੜ ਆ, ਸਾਨੂੰ ਪਾਲਿਸੀ ਮੇਕਿੰਗ ਆਪਣੀਆਂ ਵੀ ਠੀਕ ਕਰਨੀਆਂ ਪੈਣਗੀਆਂ ਕਿ ਅਸੀਂ ਚਾਹੁੰਦੇ ਕੀ ਹਾਂ। ਐਬਸੋਲੂਟਲੀ। ਇਹਦੇ ਬਾਰੇ ਵਿਸਥਾਰ ਵਿੱਚ ਮੈਂ ਗੱਲਬਾਤ ਕਰਨਾ ਚਾਹਾਂਗਾ ਕਿ ਪਾਲਿਸੀ ਮੇਕਿੰਗ ਦੀ ਬੜੀ ਇੰਪੋਰਟੈਂਟ ਗੱਲ ਕੀਤੀ, ਕਿਉਂਕਿ ਕੁਝ ਆਰਗੇਨਾਈਜੇਸ਼ਨਸ ਜਿਹੜੀਆਂ ਹੈਗੀਆਂ ਨੇ ਉਹ ਆਪਣੇ ਲੈਵਲਸ ਤੇ ਜਿਹੜੇ ਕੰਮ ਕਰ ਰਹੇ ਨੇ ਉਹ ਕਿਸ ਲੈਵਲ ਤੇ ਸਾਨੂੰ ਲੈ ਕੇ ਜਾ ਰਹੀ ਹੈ। ਪਰ ਇੱਕ ਇਹ ਵੀ ਚੀਜ਼ ਵੇਖਣ ਨੂੰ ਮਿਲ ਰਹੀ ਹੈ ਕਿ ਇਹ ਬਿਲਕੁਲ ਇਸ ਨੂੰ ਜਿੰਨਾ ਵੀ ਨਿੰਦਿਆ ਜਾਏ ਉਨਾ ਹੀ ਘੱਟ ਹੋਏਗਾ। ਨਾਜ਼ੀਜ਼ ਦਾ ਤੁਸੀਂ ਜ਼ਿਕਰ ਕੀਤਾ, ਉਹ ਸਾਰੇ ਇਕੱਠੇ ਹੋ ਕੇ ਇਸ ਚੀਜ਼ ਦੇ ਉੱਤੇ ਇੱਕ ਸਟੈਂਡ ਹੈਗਾ ਉਹਨਾਂ ਦਾ। ਪਰ ਸਾਡੇ ਵਿੱਚ ਇਹ ਵੀ ਵੇਖਣ ਨੂੰ ਮਿਲ ਰਿਹਾ ਕਿ ਇੱਕ ਐਕਸਪਲੋਇਟੇਸ਼ਨ, ਇਮੋਸ਼ਨਲ ਐਕਸਪਲੋਇਟੇਸ਼ਨ ਜੋ ਹੈ ਉਹ ਕਈ ਸੰਸਥਾਵਾਂ ਵੱਲੋਂ ਕੀਤੀ ਜਾਂਦੀ ਹੈਗੀ ਹੈ। ਦੂਸਰਾ ਜਿਹੜੀ ਰੈਕਗਨੀਸ਼ਨ ਦੀ ਅਸੀਂ ਗੱਲ ਕਰ ਰਹੇ ਹੈਗੇ ਹਾਂ, ਉਸ ਪੱਖੋਂ ਅਸੀਂ ਕਿੱਥੇ ਖਲੋਤੇ ਹੋਏ ਹਾਂ, ਕਿਉਂਕਿ ਹਰ ਇੱਕ ਕੋਈ ਜੋ ਹੈ ਆਪਣਾ ਬਿਊਗਲ ਵਜਾ ਰਿਹਾ ਹੈਗਾ ਤੇ ਕਲੈਕਟਿਵਲੀ ਅਸੀਂ ਉਸ ਲੈਵਲ ਤੱਕ ਸ਼ਾਇਦ ਪਹੁੰਚ ਨਹੀਂ ਸਕ ਰਹੇ। ਸੋ ਇੱਕ ਤਾਂ ਵਿਕਟਿਮ ਮੈਂਟੈਲਿਟੀ ਦੇ ਕੇ ਜਿਹੜੀ ਐਕਸਪਲੋਇਟੇਸ਼ਨ ਸਾਡੀ ਹੋ ਰਹੀ ਹੈ, ਇਸ ਪ੍ਰਤੀ ਤੁਸੀਂ ਕੀ ਫੀਲ ਕਰਦੇ ਹੈਗੇ? ਜ਼ਰੂਰ। ਦੇਖੋ, ਐਕਸਪਲੋਇਟੇਸ਼ਨ ਇਹ ਵੀ ਇੱਕ ਹਿਊਮਨ ਕੰਡੀਸ਼ਨ ਦਾ ਹਿੱਸਾ ਹੈਗਾ। ਜੇ 100% ਬੰਦਾ ਇੱਕੋ ਜਿਹਾ ਨਹੀਂ ਸੋਚਦਾ। ਹਰ ਇਸ਼ੂ ਦੇ ਵਿੱਚ, ਵਾਰ ਦੇ ਵਿੱਚ ਵੀ ਜਿਨ੍ਹਾਂ ਨੇ ਪ੍ਰੋਫਿਟ ਕਰਨਾ ਹੁੰਦਾ ਉਹ ਬੈਠੇ ਹੁੰਦੇ ਨੇ, ਜੈਨੋਸਾਈਡਸ ਵਿੱਚ ਵੀ ਪ੍ਰੋਫਿਟ ਕਰਨ ਵਾਲੇ ਬੈਠੇ ਨੇ, ਇਨਕਲੂਡਿੰਗ ਇਨ ਏਡ ਆਰਗੇਨਾਈਜੇਸ਼ਨਸ, ਕਿਉਂਕਿ ਇਹ ਵਰਲਡ ਫਿਨੋਮੇਨਾ ਵਿੱਚ ਚੱਲ ਰਿਹਾ। ਬਟ ਜਦ ਤੁਸੀਂ ਕੁਝ ਇਸ ਤਰ੍ਹਾਂ ਦੀ ਗੱਲ ਕਰਦੇ ਹੋ ਉਹਦੇ ਵਿੱਚ, ਕਿਉਂਕਿ ਇਹ ਨਾਲ ਚੱਲਦਾ ਰਹਿੰਦਾ, ਦੈਟ ਸ਼ੁੱਡ ਨਾਟ ਬੀ ਦਾ ਫੋਕਸ। ਕਿਉਂਕਿ ਲੁਟੇਰੇ ਤਾਂ ਹਰ ਲੈਵਲ ਤੇ ਹੈਗੇ, ਆਪਣੇ ਬੰਦੇ ਦੇ ਵਿੱਚ ਵੀ ਇੱਕ ਲੁਟੇਰਾ ਬੈਠਾ ਹੋਇਆ। ਜਦ ਸਾਡਾ ਦਿਮਾਗ ਹਾਵੀ ਨਾ ਹੋਵੇ ਤੇ ਸਾਡਾ ਕੋਈ ਵਾਈਸ ਹਾਵੀ ਹੋ ਜਾਵੇ, ਫਿਰ ਸਾਡੀ ਬੋਡੀ ਨੂੰ ਲੁੱਟਣਾ ਸ਼ੁਰੂ ਕਰ ਦਿੰਦੀ ਹੈ। ਸੋ ਆਈ ਵਾਂਟ ਟੂ ਫੋਕਸ ਮੋਰ ਔਨ ਕਿ ਜਿਹੜੇ ਕਰ ਰਹੇ ਨੇ ਉਹਦੇ ਵਿੱਚ ਲਾਇਰ ਦੇ ਲੈਵਲ ਤੇ ਲੋਕੀ ਕਰ ਰਹੇ ਨੇ, ਸਮਾਜਿਕ ਲੈਵਲ ਤੇ ਲੋਕੀ ਕਰ ਰਹੇ ਨੇ,
ਖੂਨਦਾਨ ਦੀ ਕੈਂਪੇਨਾਂ ਦੇ ਨਾਲ ਲੋਕੀ ਕਰ ਰਹੇ ਨੇ, ਹਰੇਕ ਦਾ ਆਪਣਾ ਹਿੱਸਾ ਹੈਗਾ, ਬਟ ਇਵੈਂਚੁਅਲੀ ਉਹਦੇ ਵਿੱਚ ਗੱਲ ਇਹ ਹੁੰਦੀ ਆ ਕਿਹੜੀ ਪਾਲਿਸੀ ਨੂੰ ਤੁਸੀਂ ਚੇਂਜ ਕਰਾਉਣਾ। ਸੋ ਜਿਹੜੀਆਂ ਅਸੀਂ ਇੰਡੀਅਨ ਲੈਵਲ ਤੇ ਗੱਲ ਕਰਦੇ ਹਾਂ, ਇੰਡੀਅਨ ਨੈਸ਼ਨਲ ਲੈਵਲ ਤੇ ਗੱਲ ਕਰ ਰਹੇ ਹਾਂ, ਉੱਥੇ ਪਾਲਿਸੀ ਜਿਹੜੀ ਨਹੀਂ ਚੇਂਜ ਹੋ ਪਾ ਰਹੀ ਆ, ਉਹ ਇੱਕ ਰੈਕਗਨੀਸ਼ਨ ਤੇ ਅਪੋਲੋਜੀ ਤੋਂ ਕਿਵੇਂ ਗਾਹਾਂ ਜਾਈਏ ਉਹਦੀ ਗੱਲ ਆ। ਜਿਹੜੀ ਸਿੱਖਾਂ ਦੇ ਲੈਵਲ ਤੇ ਗੱਲ ਆ ਕਿ ਅਸੀਂ ਗੁਰਦੁਆਰਿਆਂ ਦੇ ਵਿੱਚ ਇਹਦਾ ਰੋਸ ਨਹੀਂ ਪ੍ਰਗਟ ਕਰਨਾ, ਸਾਨੂੰ ਆਪਣੀਆਂ ਪਰੰਪਰਾਵਾਂ ਦੇ ਵਿੱਚ ਅਸੀਂ ਰੋਸ ਕਦੇ ਨਹੀਂ ਪ੍ਰਗਟ ਕਰਦੇ ਸੀ। ਆਈ ਥਿੰਕ ਇਹ ਚੇਂਜ ਹੋਣਾ ਸ਼ੁਰੂ ਹੋ ਗਿਆ। ਹੁਣ ਸਾਨੂੰ ਇਹ ਦੇਖਣਾ ਪੈਣਾ ਕਿ ਭਾਈਚਾਰੇ ਦੇ ਲੈਵਲ ਤੇ ਜਿਹੜੇ ਉਸ ਵੇਲੇ ਦੇ ਸਰਵਾਈਵਰਸ ਨੇ ਉਹਨਾਂ ਦੀਆਂ ਕੀ ਨੀਡਸ ਨੇ। ਮੈਂ ਵੀ ਪਹਿਲਾਂ ਕਰਦਾ ਰਿਹਾ 10 ਸਾਲ ਪਹਿਲਾਂ ਵੀ, ਬਟ ਹੁਣ ਲੋੜ ਇਹ ਹੈਗੀ ਕਿ ਉਹ ਇੱਕ ਸੈਕੰਡ ਜਨਰੇਸ਼ਨ ਆ ਗਈ ਆ, ਉਹ ਸੈਕੰਡ ਦੀ ਹੁਣ ਥਰਡ ਜਨਰੇਸ਼ਨ ਵੀ ਆਉਣ ਲੱਗੀ ਆ। ਅਸੀਂ ਇਸ ਚੀਜ਼ ਨੂੰ ਮੈਮੋਰਲਾਈਜ਼ ਕਿਵੇਂ ਕਰੀਏ ਤਾਂ ਕਿ ਜਿਹੜਾ ਸਾਡਾ ਇੱਕ ਐਂਗਰ ਹੈਗਾ, ਜਿਹੜਾ ਸਾਡਾ ਇੱਕ ਗੁੱਸਾ ਹੈਗਾ ਬਣਿਆ ਹੋਇਆ ਇਸ ਗੱਲ ਪ੍ਰਤੀ, ਉਹਨੂੰ ਅਸੀਂ ਪੋਜ਼ਿਟਿਵ ਲੈਵਲ ਤੇ ਚੈਨਲਾਈਜ਼ ਕਿਵੇਂ ਕਰ ਸਕਦੇ ਹਾਂ। ਸੋ ਇਹਦੀ ਕੈਂਪੇਨਸ ਚਾਹੀਦੀਆਂ ਨੇ। ਹੁਣ ਹਿਊਮਨ ਰਾਈਟਸ ਦੇ ਮਿਊਜ਼ੀਅਮ ਬਣਨੇ ਸ਼ੁਰੂ ਹੋ ਗਏ ਨੇ। ਸਾਨੂੰ ਨਾਜ਼ੀ ਜਰਮਨੀ ਬਾਰੇ ਤਾਂ ਪਤਾ ਕਿਉਂਕਿ ਉਹ ਸਾਡੇ ਕਰਿਕੂਲਮ ਦਾ ਹਿੱਸਾ ਬਣ ਗਿਆ। ਸਿਮਿਲਰਲੀ 1984 ਨੂੰ ਕਿਸੇ ਨੂੰ ਬਗੈਰ ਗਾਲ ਬਕੇ, ਕਿਸੇ ਨੂੰ ਬਗੈਰ ਨੈਗੇਟਿਵ ਜਾਂ ਨਿੰਦਾ ਕਰੇ, ਅਸੀਂ ਕਿਵੇਂ ਇਹਦੀ ਗੱਲ ਕਰੀਏ, ਕਰਿਕੂਲਮਸ ਵਿੱਚ ਕਿਵੇਂ ਪਾਈਏ ਤਾਂ ਕਿ ਜਿਹੜੀ ਕਨਵਰਸੇਸ਼ਨ ਆ ਸਾਡੇ ਡਿਨਰ ਟੇਬਲ ਤੇ ਵੀ ਹੋ ਜਾਵੇ ਤੇ ਨੈਸ਼ਨਲ ਲੈਵਲ ਦੀ ਡਿਬੇਟ ਵਿੱਚ ਵੀ ਆ ਜਾਵੇ। ਸੋ ਇਹ ਪਾਲਿਸੀ ਚੇਂਜਸ ਦੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ, ਇਸ ਬਾਰੇ ਹੋਰ ਜਾਣਕਾਰੀ ਲੈਣੀ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਕਿ ਕਿਵੇਂ ਇਹ ਸੁਹਿਰਤਾ ਆ ਸਕਦੀ ਹੈ, ਕਿਵੇਂ ਸੰਸਥਾਵਾਂ ਕੀ ਕੁਝ ਕਰ ਰਹੀਆਂ ਨੇ ਜਾਂ ਕਲੈਕਟਿਵਲੀ ਕੀ ਕੁਝ ਹੋਰ ਹੋ ਸਕਦਾ ਹੈ, ਇਸ ਬਾਰੇ ਹੋਰ ਕਰਨੀ ਹੈ ਜੀ ਗੱਲ। 1984 ਵਿੱਚ ਜਿਹੜਾ ਸਿੱਖ ਕਤਲੇਆਮ ਹੋਇਆ ਉਸ ਸੰਬੰਧ ਵਿੱਚ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਹਰਿੰਦਰ ਸਿੰਘ ਜੀ ਨਾਲ। ਆਓ ਕੁਝ ਹੋਰ ਇਨਫੋਰਮੇਸ਼ਨ ਲਈਏ ਕਿ ਕਿਵੇਂ ਆਮ ਸਿੱਖ ਜੋ ਹੈ ਅਤੇ ਪਾਲਿਸੀ ਲੈਵਲ ਦੇ ਉੱਤੇ ਕਿਵੇਂ ਇਹ ਚੇਂਜਸ ਆ ਸਕਦੇ ਨੇ ਤੇ ਇੱਥੇ ਬੈਠੇ ਅਮਰੀਕਾ ਅਤੇ ਕੈਨੇਡਾ ਵਿੱਚ ਅਸੀਂ ਕੀ ਯੋਗਦਾਨ ਪਾ ਸਕਦੇ ਹਾਂ ਜੀ ਹਰਿੰਦਰ ਜੀ। ਸੋ ਇਹਦੇ ਕਈ ਤਰੀਕੇ ਨੇ। ਜਿਵੇਂ ਅਸੀਂ ਇੱਕ ਆਪਣੀ ਸੰਸਥਾ ਵੱਲੋਂ ਵੀ ਇਹਦੀ ਕੈਂਪੇਨ ਕੀਤੀ ਸੀ, ਹੋਰ ਸੰਸਥਾਵਾਂ ਵੀ ਕੰਮ ਕਰ ਰਹੇ ਹਾਂ ਕਿ ਅਸੀਂ ਨਾ ਲੈਸਨ ਪਲਾਨ ਬਣਾਉਣਾ ਸ਼ੁਰੂ ਕਰਦੇ ਕਿ ਅਸੀਂ ਬੱਚਿਆਂ ਨੂੰ ਇਹ ਚੀਜ਼ਾਂ ਦੱਸਣੀਆਂ ਨੇ। ਉਹਨਾਂ ਨੂੰ ਇੱਕ ਪਰਟੀਕੂਲਰ ਗ੍ਰਾਫਿਕ ਵੀਡੀਓ ਦਿਖਾ ਕੇ ਨਹੀਂ ਸਾਰਾ ਕੁਝ ਸਮਝਾਇਆ ਜਾ ਸਕਦਾ, ਏਜ ਦੇ ਮੁਤਾਬਿਕ ਚੀਜ਼ਾਂ ਸਮਝਾਈ ਜਾਂਦੀਆਂ ਨੇ। ਸੋ ਅਸੀਂ ਇਹਦੇ ਲਈ ਐਲੀਮੈਂਟਰੀ ਸਕੂਲ ਤੋਂ ਲੈ ਕੇ ਹਾਈ ਸਕੂਲ ਤੱਕ ਇਹ ਇਸ਼ੂ ਨੂੰ ਪ੍ਰੈਜ਼ੈਂਟ ਕਿਵੇਂ ਕਰਨਾ, ਇਹਦੇ ਲੈਸਨ ਪਲਾਨ ਬਣਾਏ ਸੀ ਇਨਸਾਫ ਨਾਂ ਦੀ ਸੰਸਥਾ ਦੇ ਨਾਲ ਰਲ ਕੇ ਪਿਛਲੇ ਸਾਲ। ਤੇ ਅਗਲੇ ਆਉਣ ਵਾਲੇ ਕਿਉਂਕਿ 30ਵੀਂ ਸ਼ਤਾਬਦੀ ਇਹਦੀ ਆ ਰਹੀ ਹੈਗੀ, ਉਹਦੇ ਵਿੱਚ ਵੀ ਅਸੀਂ ਹੁਣ ਦੇਖ ਰਹੇ ਹਾਂ ਕਿ ਇਹਦੇ ਬਾਰੇ ਜੇ ਪੜ੍ਹਾਉਣਾ ਹੈਗਾ ਅਡਲਟਸ ਨੂੰ ਜਾਂ ਨੌਨ ਸਿੱਖਸ ਨੂੰ ਦੱਸਣਾ, ਕਿਵੇਂ ਅਸੀਂ ਪ੍ਰੋਪਰ ਵੋਕੈਬਲਰੀ ਨੂੰ ਯੂਜ਼ ਕਰਕੇ ਵਿਦਆਊਟ ਹੇਟਰਡ ਐਂਡ ਵਿਦਆਊਟ ਵੈਂਜੈਂਸ ਇਹਦੀਆਂ ਗੱਲਾਂ ਕਰ ਸਕੀਏ। ਅਗਲੇ ਹਫਤੇ ਹੀ ਸਿੱਖ ਇੰਸਟੀਟਿਊਟ ਵੱਲੋਂ ਅਸੀਂ ਇੱਕ ਡਾਇਸਪੋਰਾ ਦੀ ਵੌਇਸਿਸ ਦੀ ਸਟੱਡੀ, ਇੱਕ ਕੁੜੀ PhD ਸ਼ਰੂਤੀ ਦੇਵਗੁਣ ਕਰ ਰਹੀ ਹੈਗੀ ਆ। ਉਹਨੇ ਇਹਦੇ ਪ੍ਰੋਪੇਗੈਂਡਾ ਤੋਂ ਬਾਹਰ ਆ ਕੇ ਜਿਹੜੇ ਡਾਇਸਪੋਰਾ ਸਿੱਖ ਵਸ ਰਹੇ ਨੇ ਉਹਨਾਂ ਦੀਆਂ ਜਿਹੜੀਆਂ ਆਪਾਂ ਕਹਿੰਦੇ ਨੋਇਜ਼ ਐਂਡ ਵੌਇਸ ਦੋਨਾਂ ਚੀਜ਼ਾਂ ਨੂੰ ਸਟੱਡੀ ਕਰਕੇ ਉਹ ਪ੍ਰੈਜ਼ੈਂਟ ਕਰ ਰਹੀ ਹੈ। ਆਪਣੀ PhD ਦੇ ਜਿਹੜਾ ਥੀਸਿਸ ਹੈਗਾ ਉਹਦਾ ਇੱਕ ਪ੍ਰੀਵਿਊ ਸਾਨੂੰ ਦੇ ਰਹੀ ਹੈ। ਸੋ ਅਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਫੈਸਿਲਿਟੇਟ ਕਰ ਰਹੇ ਹਾਂ। ਸੋ ਇਹ ਹੈ ਸਾਰਾ ਅਵੇਅਰਨੈਸ ਜਨਰੇਸ਼ਨ ਦਾ ਹਿੱਸਾ। ਜਿਹੜਾ ਪਾਲਿਸੀ ਵਾਲਾ ਹਿੱਸਾ ਹੈਗਾ ਉੱਥੇ ਰੀਅਲੀ ਸਾਨੂੰ ਡਿਮਾਂਡ ਕਰਨਾ ਚਾਹੀਦਾ ਆਪਣੇ ਲੋਕਲ ਪ੍ਰਤੀਨਿਧੀਆਂ ਕੋਲੋਂ। ਸੋ ਇਹ ਇਸ਼ੂ ਫੋਰ ਐਗਜ਼ਾਮਪਲ ਡਾਇਸਪੋਰਾ ਦੇ ਵਿੱਚ ਕਿਵੇਂ ਆ ਸਕਦਾ। ਦੇਖੋ ਜਿਹੜੀਆਂ ਆਪਾਂ ਕੈਨੇਡਾ ਵਿੱਚ ਬੈਠੇ ਹਾਂ ਇਸ ਵੇਲੇ, ਕੈਨੇਡਾ ਦੇ ਜਿਹੜੀਆਂ ਵੇਰੀਅਸ ਪਾਰਟੀਜ਼ ਨੇ, ਕੋਈ ਪਾਰਟੀ ਮੁੱਦਾ ਕਿਸੇ ਵੇਲੇ ਚੱਕੂ, ਕੋਈ ਕਿਸੇ ਵੇਲੇ ਚੱਕੂ, ਉਹਨਾਂ ਦੀਆਂ ਵੀ ਕਈ ਮਜਬੂਰੀਆਂ ਹੁੰਦੀਆਂ। ਸੋ ਆਪਾਂ ਇੱਕ ਪਾਰਟੀ ਪਿੱਛੇ ਨਹੀਂ ਜਾਵਾਂਗੇ, ਬਟ ਜਿਹੜੇ ਵੀ ਤੁਹਾਡੇ ਰਿਪਰੈਜ਼ੈਂਟੇਟਿਵਸ ਨੇ 30 ਸਾਲ ਕਿਸੇ ਗੱਲ ਨੂੰ ਹੋ ਜਾਣੇ, ਇਹ ਉਹਨਾਂ ਨੂੰ ਇਹ ਸਾਹਮਣੇ ਇਸ਼ੂ ਰੱਖਣਾ ਚਾਹੀਦਾ ਸੁਚੱਜੇ ਤਰੀਕੇ ਨਾਲ ਕਿ ਭਾਈ ਤੁਸੀਂ ਆਪਣੀ ਪਾਰਟੀ ਵਿੱਚ ਇਹ ਗੱਲ ਦੀ ਗੱਲ ਤਾਂ ਕਰਾਓ ਕਿ ਤੁਹਾਡੇ ਕੋਲ 2% ਤੁਹਾਡੀ ਕੰਸਟੀਚੁਐਂਸੀ ਸਿੱਖਾਂ ਦੀ ਬੈਠੀ ਆ, which is more than the Jewish constituency worldwide, ਉਹ ਕੰਸਟੀਚੁਐਂਸੀ ਲਈ ਇਹ ਇਸ਼ੂ ਹੈ। We might not know how to deal with it, but ਇਹ ਇਸ਼ੂ ਡੈਫੀਨੇਟਲੀ ਹੈ। ਇਹਦੇ ਬਾਰੇ ਬੜੀਆਂ ਇਮੋਸ਼ਨਲ ਚੀਜ਼ਾਂ ਫਸੀਆਂ ਹੋਈਆਂ ਨੇ, ਇਹਦੇ ਬਾਰੇ ਕਈ ਨੈਸ਼ਨਲ ਇੰਟੀਗ੍ਰੇਟਿਵ ਪ੍ਰੋਸੈਸ ਇੰਡੀਆ ਦੇ ਰੁਕੇ ਹੋਏ ਨੇ। ਇਸ ਇਸ਼ੂ ਨੂੰ ਹਾਈਲਾਈਟ ਕਰਾਉਣਾ ਬਹੁਤ ਜ਼ਰੂਰੀ ਹੈ ਆਪਣੇ MPs ਤੇ MLAs MPPs ਜਿਹੜੀਆਂ ਵੀ ਪ੍ਰੋਵਿੰਸ਼ੀਅਲ ਗੱਲਾਂ ਨੇ, ਤਾਂ ਕਿ ਉਹ ਨੈਸ਼ਨਲ ਲੈਵਲ ਤੇ ਜਦ ਆਪਣੇ ਕਾਊਂਟਰ ਪਾਰਟਸ ਨੂੰ ਮਿਲਦੇ ਨੇ ਇਹ ਐਟਲੀਸਟ ਇੱਕ ਡਿਸਕਸ਼ਨ ਪੁਆਇੰਟ ਜ਼ਰੂਰ ਬਣਾਉਣ। ਤੇ ਜਿਹੜੀ ਹਿੰਦੁਸਤਾਨ ਦੇ ਵਿੱਚ ਲੋਕੀ ਬੈਠੇ ਨੇ ਕਿਉਂਕਿ ਆਪਾਂ ਸਾਰੇ ਜੁੜੇ ਹੋਏ ਹਾਂ ਉੱਥੇ, ਸੋ ਦਿਸ ਇਜ਼ ਨਾਟ ਅ ਕਾਂਗਰਸ BJP RSS ਇਸ਼ੂ। ਦੇਖੋ ਦੋਨਾਂ ਨੇ ਸਾਨੂੰ ਡਿਪੈਂਡਿੰਗ ਔਨ ਦ ਇਲੈਕਸ਼ਨ ਈਅਰ ਤੇ ਲੋਕਲ ਪੋਲੀਟਿਕਸ, ਕਦੇ ਉਹ ਸਾਡੇ ਸਿੰਪਥਾਈਜ਼ਰ ਬਣ ਜਾਂਦੇ ਨੇ, ਕਦੇ ਉਹ ਕ੍ਰਿਮੀਨੈਲਿਟੀ ਵਾਲੇ ਆਈਡੀਆਜ਼ ਨੂੰ ਜਸਟੀਫਾਈ ਵੀ ਕਰਦੇ ਨੇ। ਸਾਨੂੰ ਦੋਨਾਂ ਤੋਂ ਬਚਣ ਦੀ ਲੋੜ ਆ। ਸਾਨੂੰ ਇਹ ਕਰਨ ਦੀ ਲੋੜ ਆ ਕਿ ਬਈ ਜੋ ਹੋਇਆ ਉਹ ਸਿੱਧੇ ਲੈਵਲ ਤੇ ਰੈਕਗਨਾਈਜ਼ ਕਰੋ ਤੇ ਜਿਹੜੇ ਉਹਦੇ ਵਿੱਚ ਇਨਵੋਲਵ ਸੀਗੇ, ਐਟਲੀਸਟ ਜਿਹੜੇ ਡਾਇਰੈਕਟਲੀ ਇਨਵੋਲਵ ਸੀਗੇ, ਛੋਟੇ-ਮੋਟੇ ਬੰਦਿਆਂ ਨੂੰ ਨਾ ਫੜੋ, ਜਿਹੜੇ ਹਾਈਐਸਟ ਲੈਵਲ ਤੇ ਕੈਬਨਿਟ ਮਿਨਿਸਟਰ ਵੀ ਬੈਠੇ ਸੀ ਉਹਨਾਂ ਨੂੰ ਕਿਸੇ ਲੈਵਲ ਤੇ ਇਹਦੀ ਸਜ਼ਾ ਮਿਲਣੀ ਚਾਹੀਦੀ ਆ। ਇਹ ਤਰੀਕਾ ਹੁੰਦਾ ਜਿਵੇਂ ਸਾਊਥ ਅਫਰੀਕਾ ਵਿੱਚ ਕਮਿਸ਼ਨਸ ਨੂੰ ਬਿਠਾ ਕੇ ਜਸਟਿਸ ਓਰੀਐਂਟੇਸ਼ਨ ਨੂੰ ਲੋਕਾਂ ਦੇ ਐਕਚੁਅਲੀ
ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਸੋਲਵ ਕਰਨ ਦੇ ਇਹ ਪੋਜ਼ਿਟਿਵ ਤਰੀਕੇ ਹੁੰਦੇ ਨੇ, ਇਹ ਕਰਨ ਦੀ ਲੋੜ ਆ। ਸਿੱਖਾਂ ਦੀ ਜਿਹੜੀ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਦਾ ਕੀ ਰੋਲ ਰਹਿ ਰਿਹਾ ਹੈਗਾ, ਕਿਉਂਕਿ ਉਸ ਪ੍ਰਤੀ ਜਦੋਂ ਅਸੀਂ ਦੇਖਦੇ ਹਾਂ ਕਿ ਉਹ ਪਾਰਟੀ ਜਿਹੜੀ ਕਿ ਇਸ ਮੁੱਦੇ ਨਾਲ ਬੜੀ ਕਲੋਜ਼ਲੀ ਜੁੜੀ ਹੋਈ ਸੀ, ਅੱਜ ਰਾਜ ਕਰ ਰਹੀ ਹੈ ਪੰਜਾਬ ਵਿੱਚ, ਪਰ ਉਹੀ ਪੁਲਿਸ ਅਫਸਰ ਜਿਨ੍ਹਾਂ ਨੇ ਸਭ ਕੁਝ ਕੀਤਾ ਉਹ ਅੱਜ ਉਹਨਾਂ ਨੂੰ ਉੱਚੀਆਂ ਪਦਵੀਆਂ ਦਿੱਤੀਆਂ ਗਈਆਂ ਹੈਗੀਆਂ ਨੇ। ਉੱਥੇ ਇਹ ਗੱਲ ਜੇਕਰ ਪੋਲੀਟੀਕਲ ਲੈਵਲ ਤੇ ਅੱਗੇ ਨਹੀਂ ਲਿਆਂਦੀ ਜਾਂਦੀ ਸੈਂਟਰ ਨਾਲ, ਤਾਂ ਆਮ ਸਿੱਖ ਨੂੰ ਤਾਂ ਉੱਥੇ ਕੌਣ ਸੁਣੇਗਾ, ਜਾਂ ਛੋਟੀਆਂ ਆਰਗੇਨਾਈਜੇਸ਼ਨਸ ਨੂੰ ਕੌਣ ਸੁਣੇਗਾ। ਜਿਸ ਤਰ੍ਹਾਂ ਐਮਨੈਸਟੀ ਦੀ ਅਸੀਂ ਗੱਲ ਕਰਨੇ ਆ ਜਾਂ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਦੀ ਗੱਲ ਕਰਦੇ ਹਾਂ, ਜਦੋਂ 1984 'ਚ ਹੋਇਆ ਤਾਰਾ ਕੁੰਡੇ ਵਰਗੇ ਜਿਹੜੇ ਹਿਊਮਨ ਰਾਈਟਸ ਐਕਟਿਵਿਸਟ ਸਨ, ਬੜੀ ਓਪਨਲੀ ਉਹ ਸਾਰੇ ਅੱਗੇ ਆਏ ਸੀ। ਵੇਅਰ ਡੂ ਵੀ ਸਟੈਂਡ ਨਾਓ ਪੋਲੀਟੀਕਲੀ ਐਜ਼ ਵੈਲ ਐਜ਼ ਜਿਹੜੇ ਇਹ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਸੀ, ਕੀ ਉਹ ਜਿਹੜਾ ਇੱਕ ਤਾਲਮੇਲ ਹੁੰਦਾ ਸੀ ਕਿ ਉਹ ਅਜੇ ਵੀ ਬਰਕਰਾਰ ਰਿਹਾ, ਜਾਂ ਉਹਦੇ ਵਿੱਚ ਵੀ ਅਸੀਂ ਪਿੱਛੇ ਹੋ ਗਏ? ਦੇਖੋ, ਇਹਦੇ ਵਿੱਚ ਨਾ ਇੱਕ ਸਾਨੂੰ ਇੰਟਰਨੈਸ਼ਨਲ ਲੈਵਲ ਤੇ ਵੀ ਦੇਖਣਾ ਪੈਣਾ। ਵਰਲਡ ਵਾਈਡ ਇੱਕ ਫਿਨੋਮੇਨਾ ਚੱਲ ਰਿਹਾ ਕਿ ਜਿਹੜੀ ਇਕਨੋਮਿਕਸ ਹੈਗੀ ਆ ਉਹ ਟਰੰਪ ਕਰ ਰਹੀ ਹੈ ਹਿਊਮਨ ਰਾਈਟਸ ਦੀਆਂ ਵਾਇਲੇਸ਼ਨਸ ਦੇ ਇਸ਼ੂਜ਼ ਨੂੰ, ਐਂਡ ਵੀ ਆਰ ਸੀਇੰਗ ਦਿਸ ਐਵਰੀਵੇਅਰ। ਯੂ ਨੋ, ਚਾਈਨਾ ਦੀ ਕਿਤੇ ਗੱਲ ਲੈ ਲਓ, ਰਸ਼ੀਆ ਦੀ ਗੱਲ ਲੈ ਲਓ, ਅੱਜ ਕੱਲ੍ਹ ਉਹ ਡਿਸਕਸ਼ਨ ਹੀ ਨਹੀਂ ਹੁੰਦਾ। ਬਟ ਜਿਹੜਾ ਇੱਕ ਪੋਜ਼ਿਟਿਵ ਟ੍ਰੈਂਡ ਚੱਲ ਰਿਹਾ ਉਹ ਤਾਂ ਨੈਗੇਟਿਵ ਟ੍ਰੈਂਡ ਹੈ, ਜਿਸ ਕਰਕੇ ਕਿ ਜਿਹੜੀ ਰੀਜਨਲ ਪੋਲੀਟਿਕਸ ਹੈ ਇਨਕਲੂਡਿੰਗ ਸਿੱਖ ਪਾਰਟੀਜ਼ ਦੀ, ਉਹ ਨੈਸ਼ਨਲ ਪੋਲੀਟਿਕਸ ਨਾਲ ਜੁੜੀਆਂ ਹੋਈਆਂ ਨੇ। ਸੋ ਇਲੈਕਸ਼ਨੇਰਿੰਗ ਵੇਲੇ ਉਹ ਸਲੋਗਨੇਰਿੰਗ ਜ਼ਰੂਰ ਹੁੰਦੀ ਹੈ, ਬਟ ਉਹਦੇ ਵਿੱਚੋਂ ਸਾਨੂੰ ਕੋਈ ਜਿਹੜੇ ਪੋਜ਼ਿਟਿਵ ਸਿੱਟੇ ਕੱਢਣ ਦੀ ਲੋੜ ਨਹੀਂ ਹੋ ਪਾ ਰਹੀ, ਕਿਉਂਕਿ ਪੂਰਾ ਵਰਲਡ ਵਾਈਡ ਹੀ ਇਹ ਚੱਲ ਰਿਹਾ। ਇਟਸ ਆਲ ਕਮਿੰਗ ਡਾਊਨ ਟੂ ਕਿ ਇਕਨੋਮਿਕਲੀ ਹੂ ਇਜ਼ ਬੈਟਰ ਫॉर ਯੂ, ਤੇ ਲੋਕੀ ਉਹਨਾਂ ਚੀਜ਼ਾਂ ਨੂੰ ਫਿਰ ਭੁਲਾ ਦਿੰਦੇ ਨੇ। ਬਟ ਜਿਹੜੀ ਇੱਕ ਹੋਰ ਚੀਜ਼ ਚੱਲ ਰਹੀ ਹੈ ਇੰਟਰਨੈਸ਼ਨਲੀ ਵਰਲਡ ਵਾਈਡ ਸਾਰੀਆਂ ਰਾਈਟਸ ਦੇ ਇਸ਼ੂਜ਼ ਤੇ ਇਨਕਲੂਡਿੰਗ ਸਿੱਖ ਰਾਈਟਸ ਦੀ, ਉਹ ਇਹ ਹੈਗੀ ਕਿ ਹੁਣ ਵੌਇਸਸ ਬਹੁਤ ਐਡ ਹੋ ਗਈਆਂ ਨੇ। ਸੋ ਯੂਨਿਟਸ ਇੱਕ ਸਟੇਟ ਦੀ ਵੌਇਸ ਹੁੰਦੀ ਸੀ ਜਾਂ ਸਟੇਟ ਏਜੰਸੀਜ਼ ਦੀ ਵੌਇਸ ਹੁੰਦੀ ਸੀ, ਜਿਵੇਂ ਤੁਸੀਂ ਕਿਹਾ ਐਮਨੈਸਟੀ ਇੰਟਰਨੈਸ਼ਨਲ ਹੈਗੀ, ਹਿਊਮਨ ਰਾਈਟਸ ਵਾਚ ਹੈਗੀ, ਫਿਜ਼ੀਸ਼ੀਅਨਸ ਫॉर ਹਿਊਮਨ ਰਾਈਟਸ ਹੈਗੀ, ਪਰ ਉਸ ਤੋਂ ਇਲਾਵਾ ਸਿੱਖ ਸੰਸਥਾਵਾਂ ਵੀ ਹੈਗੀਆਂ। ਯੂ ਨੋ, ਇਨਸਾਫ ਨੇ ਡਾਕੂਮੈਂਟੇਸ਼ਨ ਪ੍ਰੋਪਰਲੀ ਕੀਤੀ, SOPW ਹੈਗੀਆਂ ਨੇ, NSYF ਵਾਂਗੂ ਜਿਹੜੀਆਂ ਇਹਦੀਆਂ ਐਗਜ਼ੀਬਿਸ਼ਨਸ ਬਣਾ ਰਹੀਆਂ ਨੇ, ਸਾਡੇ ਵਾਂਗੂ ਤੇ ਹੋਰ ਆਰਗੇਨਾਈਜ਼ ਜਿਹੜੀਆਂ ਐਜੂਕੇਸ਼ਨ ਸੰਸਥਾਵਾਂ ਨੇ ਇਹਨਾਂ ਨੂੰ ਕਰਿਕੂਲਮਸ ਦਾ ਹਿੱਸਾ ਬਣਵਾ ਰਹੀਆਂ ਨੇ। ਇਹਦੇ ਨਾਲ ਹੋ ਕੀ ਰਿਹਾ ਕਿ ਆਮ ਬੰਦਾ ਜਿਹੜਾ ਸਿੱਖ ਹੈਗਾ, ਜਿਹੜਾ ਇਨਵੋਲਵ ਹੋਣਾ ਚਾਹੀਦਾ, ਉਹਨੂੰ ਕਲੈਰਿਟੀ ਆਉਣੀ ਸ਼ੁਰੂ ਹੋ ਗਈ ਹੈ। ਸੋ ਕਿਸੇ ਵੇਲੇ ਜਿਹੜੀਆਂ ਰਾਜ ਸੱਤਾ ਦੀਆਂ ਚੀਜ਼ਾਂ ਨੇ, ਇਟਸ ਅ ਮੈਟਰ ਆਫ ਟਾਈਮਿੰਗ। ਕਈ ਵਾਰੀ ਦੇਰ ਇਜ਼ ਯੂ ਹੈਵ ਟੂ ਬੀ ਪ੍ਰੀਪੇਅਰਡ ਫॉर ਦ ਰਾਈਟ ਟਾਈਮ, ਤਾਂ ਕਿ ਉਹ ਵੀ ਇਹਨਾਂ ਚੀਜ਼ਾਂ ਦੀ ਡੈਕਲੇਰੇਸ਼ਨਸ ਕਰਾ ਕੇ ਪ੍ਰੋਪਰ ਪਾਲਿਸੀ ਚੇਂਜ ਕਰਾ ਸਕਣ। ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਸੀ, ਵੈਦਰ ਇਟ ਇਜ਼ ਦ ਕਾਂਗਰਸ ਜਾਂ BJP, ਦੋਨੋਂ ਹੀ ਉਸ ਸਮੇਂ ਜਿਹੜੀ ਮੈਂਟੈਲਿਟੀ ਸੀ ਕੁਝ ਹੋਰ ਹੈਗੀ ਸੀ। ਪਰ ਕਈ ਵਾਰੀ ਇੱਕੋ ਹੀ ਪਾਰਟੀ ਨੂੰ ਲੈ ਕੇ ਜੋ ਟਾਰਗੇਟ ਕੀਤਾ ਜਾਂਦਾ ਹੈ, ਤੇ ਇਸ ਬਾਰੇ ਜਿਹੜੀ ਪਾਰਲੀਮੈਂਟ ਵਿੱਚ ਵੀ ਅਪੋਲੋਜੀ ਮੰਗ ਲਈ ਗਈ ਸੀ, ਪਰ ਅਜੇ ਵੀ ਇਹ ਮੰਗਾਂ ਉੱਠਦੀਆਂ ਹੈਗੀਆਂ ਨੇ। ਸ਼ੁੱਡ ਦ ਸਿੱਖਸ ਰਾਈਜ਼ ਅਬਵ ਦਿਸ, ਜਾਂ ਅਜੇ ਵੀ ਇਹਦੇ ਬਾਰੇ ਤੁਸੀਂ ਸਮਝਦੇ ਹੋ ਕਿ ਹੋਰ ਪਾਰਲੀਮੈਂਟ ਡਿਸਕਸ਼ਨ ਹੋਣੀ ਚਾਹੀਦੀ ਹੈ? ਪਾਰਲੀਮੈਂਟ ਡਿਸਕਸ਼ਨ ਜੀ, ਦੇਖੋ ਮੈਨੂੰ ਯਾਦ ਹੈ ਜਾਰਜ ਫਰਨਾਂਡਸ ਨੇ ਵੀ ਕੀ ਕਿਹਾ ਸੀ 10 ਸਾਲ ਪਹਿਲਾਂ, ਪਿਛਲੇ 4-5 ਸਾਲਾਂ 'ਚ ਪ੍ਰਧਾਨ ਮਿਨਿਸਟਰ ਮਨਮੋਹਨ ਸਿੰਘ ਨੇ, ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਨੇ ਵੀ ਕੀ ਕਿਹਾ ਜੀ। ਦੇਖੋ, ਅਪੋਲੋਜੀਜ਼ ਵੀ ਹੈਫ ਬੇਕਡ ਰਹੀਆਂ ਨੇ, ਬਟ ਆਈ ਵੁੱਡ ਸੇ ਕਿ ਅਪੋਲੋਜੀ ਨਾ ਇੱਕ ਪ੍ਰੀਕਰਸਰ ਹੁੰਦਾ ਪਾਲਿਸੀ ਚੇਂਜ ਕਰਾਉਣ ਲਈ, ਕਿਉਂਕਿ ਹਰ ਚੀਜ਼ ਨਾ ਇੱਕੋ ਦਮ ਨਹੀਂ ਹੁੰਦੀ। ਸੋ ਵੀ ਹੈਵ ਟੂ ਕੀਪ ਵਰਕਿੰਗ ਐਟ ਇਟ, ਬਟ ਮੇਨ ਪਰਪਸ ਸਾਡਾ ਹੈਗਾ ਰੀਅਲੀ ਰੈਕਗਨੀਸ਼ਨ ਕਿ ਇਹ ਹੋਇਆ। ਰੈਕਗਨੀਸ਼ਨ ਕਰਾਉਣੀ ਬਹੁਤ ਵੱਡੀ ਗੱਲ ਹੁੰਦੀ ਆ। ਫਿਰ ਜਿਹੜੀਆਂ ਸਟੇਟ ਜਾਂ ਜਿਹੜੇ ਬੰਦੇ ਇਨਵੋਲਵ ਹੁੰਦੇ ਨੇ ਉਹਨਾਂ ਦੇ ਵਿੱਚ ਪਾਲਿਸੀ ਚੇਂਜ ਕਰਾਉਣ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਨੇ। ਸੋ ਆਈ ਵੁੱਡ ਸੇ ਐਟ ਦੀ ਐਂਡ ਆਫ ਦ ਡੇ ਇਟਸ ਅ ਮੈਟਰ ਆਫ ਹਾਊ ਡੂ ਵੀ ਸਟਾਪ ਐਵਰੀ ਸਿੰਗਲ genocidal campaign in the world, including the ones within the confines of state of India. ਉਹਦੇ ਲਈ ਇੱਕ ਧਿਰ ਸਾਡੀ ਆ, ਇੱਕ ਉੱਥੇ ਨਾਗਾਜ਼ ਦੀ ਆ, ਇੱਕ ਕਸ਼ਮੀਰੀਆਂ ਦੀ ਆ, ਇੱਕ ਵੈਮਨ ਦੀ ਹੈਗੀ, ਇੱਕ ਦਲਿਤਸ ਦੀ ਹੈਗੀ ਆ। ਇਹਨਾਂ ਚੀਜ਼ਾਂ ਦੀਆਂ ਕੰਪੋਜੀਸ਼ਨਸ ਹੁਣ ਜਦ ਨੈਸ਼ਨਲ ਲੈਵਲ ਤੇ ਡਿਬੇਟ ਤੇ ਆਉਂਦੀਆਂ ਨੇ, ਇਨਕਲੂਡਿੰਗ ਆਫ ਸਿੱਖਸ, ਕਿਉਂਕਿ ਸਿੱਖਾਂ ਦੀ ਆਈ ਨਹੀਂ ਸੀ, ਹੁਣ ਪੋਜ਼ਿਟਿਵਲੀ ਪਿਛਲੇ 3-4 ਸਾਲਾਂ 'ਚ ਆਉਣੀ ਸ਼ੁਰੂ ਹੋਈ ਆ, ਮੋਰ ਸੋ ਵਿਦਨ ਦਿਸ ਈਅਰ, ਜਿੱਥੇ ਕਿ ਇੰਡੀਅਨ ਨੈਸ਼ਨਲ ਡੇਲੀਜ਼, ਇੰਡੀਅਨ ਨੈਸ਼ਨਲ ਮੇਨ ਸਟ੍ਰੀਮ ਮੀਡੀਆਜ਼ are finally talking about how can these people be scot free after they were involved, directly involved. This is not inference, this is not ki possibility hai ki idda hoya, including ਉਹਨਾਂ ਦੇ ਆਪਣੇ ਕਮਿਸ਼ਨ ਕਹਿ ਚੁੱਕੇ ਨੇ ਕਿ ਇਦਾਂ ਹੋਇਆ, ਬਟ ਸਾਡੇ ਕੋਲ ਅਥਾਰਟੀ ਨਹੀਂ ਹੈ ਕਿ ਉਹਨਾਂ ਨੂੰ ਸਜ਼ਾ ਦਈਏ। ਹੁਣ ਇਹ ਮਤਲਬ ਫਿਰ ਮਜ਼ਾਕ ਉਡਾਉਣਾ ਹੁੰਦਾ ਹੈਗਾ। ਸੋ ਇਹ ਮਜ਼ਾਕ ਉਡਾਉਣਾ ਜੇ ਅਸੀਂ ਬੰਦ ਕਰਨਾ, ਵੀ ਹੈਵ ਟੂ ਲਿਸਨ ਟੂ ਪੀਪਲ ਲਾਈਕ ਅਮਿਤਾਭ ਘੋਸ਼। ਉਹ ਉੱਥੇ ਦਾ ਦਿੱਲੀ ਵਿੱਚ ਬੈਠਾ ਬੰਦਾ, ਉਹਨੇ 10ਵੀਂ ਸ਼ਤਾਬਦੀ ਤੇ ਲਾਈਟਕਲ ਲਿਖਿਆ ਸੀ, ਹੁਣ ਉਹ ਨਿਊਯਾਰਕ 'ਚ ਬੈਠਾ, ਹੁਣ 25ਵੀਂ ਸ਼ਤਾਬਦੀ ਵੀ ਨਿਕਲ ਗਈ, 30 ਵੀ ਆਉਣ ਲੱਗੀ ਆ। ਸੋ ਇੱਥੇ ਅਗੇਨ ਆਮ ਗੋਇੰ ਟੂ ਕਮ ਬੈਕ ਟੂ ਇਟ ਕਿ ਜਿਹੜਾ ਇੱਕ ਇੰਟੈਲੀਜੈਂਟ ਵਰਗ ਹੈਗਾ, ਜਿਹਨੂੰ ਅਸੀਂ ਲੈਫਟਿਸਟ ਵੀ ਕਹਿ ਦਿੰਦੇ ਹਾਂ ਤੇ ਲਿਟਰਰੀ ਵੀ ਕਹਿ ਦਿੰਦੇ ਹਾਂ, ਡਿਪੈਂਡਿੰਗ ਔਨ ਉਹਨਾਂ ਦੀ ਪੋਲੀਟੀਕਲ ਲੀਨਿੰਗਸ ਕੀ ਨੇ, ਉਹਨਾਂ ਨੇ ਇਹ ਬੀੜਾ ਚੱਕਣਾ ਸ਼ੁਰੂ ਕਰਤਾ ਸੀ ਥੋੜ੍ਹੇ ਸਾਲ ਪਹਿਲਾਂ। ਹੁਣ ਉਹ ਇੱਕ ਮੇਨ ਸਟਰੀਮ 'ਤੇ ਆ ਗਿਆ। ਹੁਣ ਸਾਡੇ ਕੋਲ ਬੇਸਿਕ 2 ਚੋਇਸਿਸ ਨੇ ਕਿ ਅਸੀਂ ਉਹ ਮੇਨ ਸਟਰੀਮ ਨਾਲੋਂ ਹੋਰ ਇਹੋ ਜਿਹੀਆਂ ਨੂਆਂਸਡ ਗੱਲਾਂ ਕਿਵੇਂ ਕਰਾਈਏ ਤਾਂ ਕਿ ਐਕਚੁਅਲੀ ਅਸੀਂ ਪਾਲਿਸੀ ਮੇਕਿੰਗ ਵੱਲ ਜਾ ਸਕੀਏ। ਬਾਕੀ ਜਿਹੜੇ ਸਾਡੇ ਰੋਸ ਮਾਰਚ ਨੇ ਤਾਂ ਕੈਂਡਲ ਲਾਈਟ ਵਿਜਲਸ ਨੇ, ਇਹ ਦੁਨੀਆ ਵਿੱਚ ਚੱਲ ਰਹੇ ਨੇ, ਸਿੰਬਲਿਜ਼ਮ ਵੀ ਹੁੰਦਾ ਤੇ ਇੱਕ ਹਰ ਬੰਦਾ ਪਾਲਿਸੀ ਚੇਂਜ ਨਹੀਂ ਕਰਾ ਸਕਦਾ। ਦੇਖੋ, ਹਰੇਕ ਬੰਦੇ ਨੇ ਆਪਣੇ ਤਰੀਕੇ ਨਾਲ ਪੇਨ ਦੇ ਨਾਲ ਰਿਲੇਟ ਕਰਨਾ। ਸੋ ਮੈਂ ਕਹਾਂਗਾ ਇਹ ਚੱਲਣ ਦਿਓ, ਬਟ ਕੁਝ ਕੁ ਲੋਕਾਂ ਨੂੰ
ਪਾਲਿਸੀ ਚੇਂਜ ਕਰਾਉਣ ਵੱਲ ਜਾਣਾ ਜ਼ਰੂਰੀ, ਬਹੁਤ ਜ਼ਰੂਰੀ ਹੈ, ਕਿਉਂਕਿ ਉੱਥੇ ਚੀਜ਼ਾਂ ਰੁਕਦੀਆਂ ਨੇ, ਬਾਕੀ ਚੀਜ਼ਾਂ ਲੋਕਾਂ ਨੂੰ ਇੱਕ ਰਿਲੇਟ ਕਰਨ ਦਾ ਤਰੀਕਾ ਹੈਗਾ ਸਫਰਿੰਗ ਦੇ ਨਾਲ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਹਿੰਦੁਸਤਾਨ ਵਿੱਚ ਇਸ ਸਮੇਂ ਇੱਕ ਬਹੁਤ ਵੱਡੀ ਮੂਵਮੈਂਟ ਚੱਲ ਰਹੀ ਹੈਗੀ ਹੈ ਅਤੇ ਕਮਿਊਨਲ ਫੋਰਸਿਸ ਜਿਹੜੀਆਂ ਨੇ ਉਹ ਅਜੇ ਵੀ ਭਾਰੂ ਹੈਗੀਆਂ ਨੇ, ਉਹ ਸੋਚ ਜਿਹੜੀ ਪ੍ਰਵੇਲ ਕਰਦੀ ਸੀ 1984 ਵਿੱਚ, ਕਿ ਉਸ ਵਿੱਚ ਕੁਝ ਤਬਦੀਲੀ ਆਈ? ਉਹ ਜਿਹੜੀ ਇੱਕ ਪਾਰਟਿਕੂਲਰ ਸੋਚ ਜਿਹੜੀ ਕਿ ਸਬਜੂਗੇਸ਼ਨ ਦੀ ਜਿਹੜੀ ਸੋਚ ਹੈਗੀ ਸੀ, ਉਹਦੇ 'ਚ ਕੋਈ ਤੁਹਾਨੂੰ ਲੱਗਦਾ ਹੈ ਨਜ਼ਰ ਕੋਈ ਫਰਕ ਆਇਆ? ਇਹਦੇ ਬਾਰੇ ਪੂਰੀ ਰਾਏ ਦੇਣੀ ਔਖੀ ਹੁੰਦੀ ਹੈ, ਕਿਉਂਕਿ ਉਹਦਾ ਇਵੈਂਚੁਅਲ ਰਿਜ਼ਲਟ ਪਤਾ ਲੱਗਦਾ ਹੈਗਾ ਜਦ ਤੁਸੀਂ ਇਲੈਕਟ ਕਿਹਨੂੰ ਕਰਦੇ ਹੋ ਜੀ। ਹੁਣ ਮੈਨੂੰ ਯਾਦ ਹੈਗਾ ਕਿ ਦਿੱਲੀ ਦੇ ਇੱਕ ਪੇਪਰ ਦੇ ਬੰਦੇ ਨੇ, ਮੈਨੂੰ ਉਹਦਾ ਐਡੀਟਰ ਦਾ ਨਾਂ ਨਹੀਂ ਯਾਦ ਆ ਰਿਹਾ, ਬਟ ਡੇਟਲਾਈਨ ਆਸਟ੍ਰੇਲੀਆ ਨੇ ਇਹਦੇ ਬਾਰੇ ਡਾਕੂਮੈਂਟਰੀ ਬਣਾਈ ਸੀ 84 'ਚ, ਉਹਦੇ 'ਚ ਉਹਦਾ ਇੰਟਰਵਿਊ ਆ। ਉਹਨੇ ਪੁੱਛਿਆ ਸੀਗਾ ਇੱਕ ਕੁਐਸਚਨ ਜਿਹੜਾ ਤੁਸੀਂ ਪੁੱਛ ਰਹੇ ਹੋ, ਬੜਾ ਡਿਫਰੈਂਟ ਵੇ। ਉਹਨੇ ਪੁੱਛਿਆ ਸੀਗਾ ਕਿ ਕਲੈਕਟਿਵ ਸਾਈਕੀ ਆਫ ਦਾ ਨੇਸ਼ਨ ਕੀ ਮੰਗ ਰਹੀ ਸੀਗੀ ਕਿ ਜੇ ਸਿੱਖਾਂ ਨਾਲ ਇਦਾਂ ਹੋ ਗਿਆ, ਐਂਡ ਉਹਦਾ ਜਵਾਬ ਬੜਾ ਇੰਸਟਰਕਟਿਵ ਸੀਗਾ। ਉਹ ਕਹਿੰਦਾ ਦੇਖੋ, ਦਿਸ ਇਜ਼ ਨਾਟ ਜਸਟ ਦਿਸ, ਹੀ ਇਕੁਏਟਡ ਟੂ ਨਾਜ਼ੀ ਜਰਮਨੀ। ਕਹਿੰਦਾ ਜਦ ਜੋ ਹੋਇਆ ਤੁਸੀਂ ਇਕੱਲਾ ਸਰਕਾਰ ਨੂੰ ਬਲੇਮ ਨਹੀਂ ਲਾਓਗੇ, ਫਿਰ ਜਦ ਲੋਕਾਂ ਨੇ ਵੋਟ ਪਾ ਕੇ ਉਸ ਸਰਕਾਰ ਨੂੰ ਜਿਤਾਇਆ ਓਵਰਵੈਲਮਿੰਗ ਮਾਰਜਨ ਦੇ ਨਾਲ, ਵਿਚ ਮੀਨਸ ਕਿ ਜੋ ਪ੍ਰੋਪੇਗੈਂਡਾ ਵਾਰ ਸਰਕਾਰ ਕਰ ਰਹੀ ਆ ਉਹ ਸਕਸੈਸਫੁਲ ਹੋ ਰਹੀ ਆ। ਹੁਣ ਉਹਦੇ ਵਿੱਚ ਇੱਕ ਚੀਜ਼ ਜਿਹੜੀ 30ਵਾਂ ਸਾਲ ਆ ਰਿਹਾ, ਕੀ ਫਰਕ ਹੈਗਾ? ਫਰਕ ਇਹ ਨਜ਼ਰ ਆ ਰਿਹਾ ਕਿ ਹੁਣ ਵੌਇਸ ਇੱਕ ਨਹੀਂ ਰਹੀ, ਇਨਕਲੂਡਿੰਗ ਇਨ ਸਟੇਟ ਆਫ ਇੰਡੀਆ ਇੱਕ ਵੌਇਸ ਨਹੀਂ ਹੈਗੀ, ਹੁਣ ਮਲਟੀਪਲ ਵੌਇਸਿਸ ਨੇ। ਉਹ ਵੌਇਸਿਸ ਦੀ ਕੰਸੋਲੀਡੇਸ਼ਨ ਜ਼ਰੂਰ ਹੁੰਦੀ ਹੈ ਇਵੈਂਚੁਅਲ ਇਲੈਕਟੋਰਲ ਪੋਲਿਟਿਕਸ ਦੇ ਵਿੱਚ, ਬਟ ਉਹ ਕੰਸੋਲੀਡੇਸ਼ਨ ਕਰਨ ਲਈ ਕੁਝ ਰੀਜਨਲ ਰਿਐਲਿਟੀਜ਼ ਨੇ, ਕੁਝ ਹੋਰ ਰਿਐਲਿਟੀਜ਼ ਨੇ। ਸਾਡੇ ਲਈ ਗੁੱਡ ਨਿਊਜ਼ ਇਹ ਹੈ ਕਿ ਹੁਣ ਭਾਵੇਂ ਹਰਤੋਸ਼ ਬਲ ਵਰਗੇ ਨੇ, ਭਾਵੇਂ ਅਸਲਮ ਵਾਲਾ ਨੇ ਜਿਹੜਾ ਕੱਲ ਪਰਸੋਂ ਆਰਟੀਕਲ ਛਾਪਿਆ ਹੈਗਾ, ਤੇ ਭਾਵੇਂ ਲੈਫਟਵਿਸਟ ਗਰੁੱਪ ਨੇ, ਉਹ ਸਾਰੇ ਹੁਣ ਇੱਕ ਖੁੱਲ੍ਹ ਕੇ ਗੱਲਾਂ ਜ਼ਰੂਰ ਕਰ ਰਹੇ ਨੇ ਕਿ ਕਿਤੇ ਨਾ ਕਿਤੇ ਅਸੀਂ ਇੱਕ ਬੜਾ ਵੱਡਾ ਇਨਜਸਟਿਸ ਕ੍ਰੀਏਟ ਕੀਤਾ ਹੋਇਆ ਕਿ ਅਸੀਂ ਪ੍ਰੋਪਰ ਡਿਸਕਸ਼ਨ ਵੀ ਨਹੀਂ ਕਰ ਰਹੇ, ਤੇ ਉਸ ਡਿਸਕਸ਼ਨ ਨੂੰ ਨੂਆਂਸਡ ਬਣਾ ਕੇ ਕਿਸ ਤਰੀਕੇ ਨਾਲ ਇਹ ਪ੍ਰੋਬਲਮ ਨੂੰ ਸੋਲਵ ਕਰੀਏ ਵਿਦਆਊਟ ਮੇਕਿੰਗ ਇਟ ਬੇਸਡ ਔਨ ਕਿ ਇਜ਼ ਇਟ ਅ ਬੀਜੇਪੀ ਥਿੰਗ ਔਰ ਇਜ਼ ਇਟ ਅ ਕਾਂਗਰਸ ਥਿੰਗ। ਐਬਸੋਲੂਟਲੀ ਜੀ, ਥੈਂਕਸ ਫॉर योर पर्सपेक्टिव। ਥੈਂਕ ਯੂ। ਸੋ ਅੱਜ ਜਿਸ ਵਿਸ਼ੇ 'ਤੇ ਅਸੀਂ ਗੱਲਬਾਤ ਕੀਤੀ ਜੀ, ਤੁਸੀਂ ਸੁਣੇ ਹਰਿੰਦਰ ਸਿੰਘ ਜੀ ਦੇ ਵਿਚਾਰ ਲੈਣੇ। ਇੱਕ ਛੋਟੀ ਜਿਹੀ ਬ੍ਰੇਕ, ਲੇਕਿਨ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਤਨਾਜ਼ ਟਰੂਥ ਟਾਕ ਔਨ ਦਾ ਹਰਪ੍ਰੀਤ ਸਿੰਘ ਸ਼ੋਅ ਵਿੱਚ ਸਟਰੀਟ ਟਾਕ ਵਿੱਚ ਲੋਕ ਕੀ ਸਮਝਦੇ ਨੇ ਕੁਝ ਇਸ਼ੂਜ਼ ਦੇ ਬਾਰੇ ਜਿਹੜੇ ਰੋਜ਼ਮਰਾ ਜ਼ਿੰਦਗੀ ਨਾਲ ਰਿਲੇਟਡ ਨੇ, ਉਸ ਦੇ ਬਾਰੇ ਜਾਣਕਾਰੀ ਲਵਾਂਗੇ।